ਨਵਾਂਸ਼ਹਿਰ ਜ਼ਿਲ੍ਹੇ ਵਾਸੀਆਂ ਨੂੰ ਮੇਰਾ ਬਹੁਤ ਹੀ ਪਿਆਰ ਭਰਾ ਸਤਿ ਸ਼੍ਰੀ ਅਕਾਲ। ਮੈਂ ਅੱਜ ਸਾਰਿਆਂ ਦੇ ਨਾਲ ਰੂਬਰੂ ਹੋ ਰਹੀ ਹਾਂ। ਮੈਂ ਸਾਰਿਆਂ ਨੂੰ ਕੋਵਿਡ ਦੀ ਸਥਿਤੀ ਬਾਰੇ ਜਾਣੂ ਕਰਨਾ ਚਾਹੁੰਦੀ ਹਾਂ ਕਿ ਪੂਰੇ ਦੇਸ਼ ਵਿੱਚ, ਪੰਜਾਬ ਵਿੱਚ ਅਤੇ ਖਾਸ ਤੌਰ 'ਤੇ ਸਾਡੇ ਜ਼ਿਲ੍ਹੇ ਨਵਾਂਸ਼ਹਿਰ ਦੇ ਵਿੱਚ ਇਹਦੀ ਕੀ ਸਥਿਤੀ ਚੱਲ ਰਹੀ ਹੈ। ਅੱਜ ਦੀ ਡੇਟ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ 776 ਐਕਟਿਵ ਮਰੀਜ਼ ਹਨ ਅਤੇ 80 ਕੇਸਿਸ ਸਾਨੂੰ ਅੱਜ ਨਵੇਂ ਮਰੀਜ਼ ਪੋਜ਼ੀਟਿਵ ਮਿਲੇ ਹਨ। ਅਸੀਂ ਰੋਜ਼ਾਨਾ ਦੀ ਲਗਭਗ 1800 ਤੋਂ ਲੈ ਕੇ 2000 ਲੋਕਾਂ ਦੀ ਸੈਂਪਲਿੰਗ ਕਰ ਰਹੇ ਹਾਂ ਅਤੇ ਅੰਦਾਜ਼ਨ ਪਿਛਲੇ 15 ਦਿਨਾਂ ਤੋਂ ਸਾਡੀ ਐਵਰੇਜ ਪੋਜ਼ੀਟਿਵਿਟੀ ਰੇਟ ਕਰੀਬ 6% ਦੇ ਕਰੀਬ ਚੱਲ ਰਹੀ ਹੈ, ਜਿਹੜੀ ਕਿ ਇਸ ਸਮੇਂ ਪੰਜਾਬ ਵਿੱਚ ਸਭ ਤੋਂ ਘੱਟ ਹੈ। ਅਤੇ ਇਸ ਦਾ ਪੂਰਾ ਦਾ ਪੂਰਾ ਕ੍ਰੈਡਿਟ ਜਾਂਦਾ ਹੈ ਕਿ ਅਸੀਂ ਨਵਾਂਸ਼ਹਿਰ ਜ਼ਿਲ੍ਹੇ ਦੇ ਵਿੱਚ ਬਹੁਤ ਐਕਸਟੈਂਸਿਵ ਸੈਂਪਲਿੰਗ ਅਤੇ ਐਕਸਟੈਂਸਿਵ ਕੰਟੈਕਟ ਟ੍ਰੇਸਿੰਗ ਕਰ ਰਹੇ ਹਾਂ। ਇਸ ਦੇ ਬਾਵਜੂਦ ਵੀ ਪੰਜਾਬ ਵਿੱਚ ਸਭ ਤੋਂ ਘੱਟ ਪੋਜ਼ੀਟਿਵਿਟੀ ਰੇਟ ਹੋਣ ਦੇ ਬਾਵਜੂਦ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਕਈ ਮਰੀਜ਼ ਆ ਰਹੇ ਹਨ। ਔਸਤਨ ਸਾਡੇ ਰੋਜ਼ 80 ਤੋਂ ਲੈ ਕੇ 100 ਨਵੇਂ ਮਰੀਜ਼ ਅਸੀਂ ਆਈਡੈਂਟੀਫਾਈ ਕਰਦੇ ਹਾਂ ਅਤੇ ਪਿਛਲੇ ਕੁਝ ਸਮੇਂ ਦੇ ਵਿੱਚ ਕਈ ਮੌਤਾਂ ਵੀ ਹੋਈਆਂ ਹਨ। ਸੋ ਇਸ ਲਈ ਸਾਨੂੰ ਸਾਰਿਆਂ ਨੂੰ ਇਹ ਧਿਆਨ ਵਿੱਚ ਰੱਖਣਾ ਹੈ ਕਿ ਇਹ ਬਿਮਾਰੀ ਹਲੇ ਖਤਮ ਨਹੀਂ ਹੋਈ ਹੈ ਅਤੇ ਜੋ ਸੈਕਿੰਡ ਵੇਵ ਚੱਲ ਰਹੀ ਹੈ ਕੋਵਿਡ ਦੀ, ਇਸ ਵੇਵ ਦੇ ਵਿੱਚ ਇਹ ਬਿਮਾਰੀ ਪਹਿਲਾਂ ਤੋਂ ਵੀ ਬਹੁਤ ਜ਼ਿਆਦਾ ਸੀਰੀਅਸ ਅਤੇ ਬਹੁਤ ਜ਼ਿਆਦਾ ਭਿਅੰਕਰ ਰੂਪ ਵਿੱਚ ਸਾਡੇ ਸਾਹਮਣੇ ਆਈ ਹੈ। ਇਸ ਵੇਵ ਵਿੱਚ ਅਸੀਂ ਕੁਝ ਟ੍ਰੈਂਡਸ ਨੋਟਿਸ ਕੀਤੇ ਹੈ ਜਿਨ੍ਹਾਂ ਦੇ ਬਾਰੇ ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗੀ। ਇਸ ਵੇਵ ਵਿੱਚ ਜਿਹੜੀ ਇਹ ਸੈਕਿੰਡ ਵੇਵ ਚੱਲ ਰਹੀ ਹੈ, ਪਿਛਲੇ ਸਾਲ ਜੁਲਾਈ ਤੋਂ ਲੈ ਕੇ ਸਤੰਬਰ ਵਿੱਚ ਪਹਿਲੀ ਵੇਵ ਜਿਹੜੀ ਪੀਕ ਕੀਤੀ ਸੀ ਅਤੇ ਉਸ ਤੋਂ ਬਾਅਦ 3-4 ਮਹੀਨੇ ਲਈ ਬਿਮਾਰੀ ਦਾ ਕਾਫੀ ਹੱਦ ਤੱਕ ਕੰਟਰੋਲ ਪਾ ਲਿਆ ਗਿਆ ਸੀ ਅਤੇ ਸਾਨੂੰ ਸਾਰਿਆਂ ਨੂੰ ਇਹ ਲੱਗਦਾ ਸੀ ਕਿ ਅਸੀਂ ਇਸ ਬਿਮਾਰੀ ਨੂੰ ਹੁਣ ਖਤਮ ਕਰ ਦਿੱਤਾ ਹੈ। ਪਰ ਹੁਣ ਇਹ ਬਿਮਾਰੀ ਦੁਬਾਰਾ ਸੈਕਿੰਡ ਵੇਵ ਦੇ ਵਿੱਚ ਆਈ ਹੈ ਅਤੇ ਇਸ ਵੇਵ ਦੇ ਵਿੱਚ ਕਈ ਨਵੇਂ ਵੇਰੀਐਂਟਸ ਅਸੀਂ ਪਾਏ ਹਨ, ਜਿਹੜੇ ਕੁਝ ਵੇਰੀਐਂਟਸ UK ਤੋਂ ਆਏ ਹਨ, ਕੁਝ ਵੇਰੀਐਂਟਸ ਇੰਡੀਆ ਦੇ ਵਿੱਚ ਹੀ ਪੱਛਮ ਦੇ ਦੇਸ਼ਾਂ ਤੋਂ, ਦੱਖਣ ਦੇ ਰਾਜਾਂ ਤੋਂ ਆਏ ਹਨ ਅਤੇ ਕੁਝ ਵੇਰੀਐਂਟਸ ਹੋਰ ਕੰਟਰੀਜ਼ ਤੋਂ ਆਏ ਹਨ। ਇਹ ਸਾਰੇ ਵੇਰੀਐਂਟਸ ਇਹ ਪਾਏ ਗਏ ਹਨ ਕਿ ਇਹ ਪਹਿਲਾਂ ਤੋਂ ਬਹੁਤ ਜ਼ਿਆਦਾ ਇਨਫੈਕਟਿਵ ਹਨ। ਇਨਫੈਕਟਿਵ ਦਾ ਮਤਲਬ ਕਿ ਬਿਮਾਰੀ ਇੱਕ ਬੰਦੇ ਤੋਂ ਦੂਜੇ ਬੰਦੇ ਨੂੰ ਬਹੁਤ ਜਲਦੀ ਫੈਲਦੀ ਹੈ। ਜੇ ਪਹਿਲਾਂ ਅਸੀਂ ਕਿਸੇ ਪੋਜ਼ੀਟਿਵ ਮਰੀਜ਼ ਦੇ ਨਾਲ ਪੂਰਾ ਦਿਨ ਵੀ ਇਕੱਠੇ ਰਹਿੰਦੇ ਸੀ ਤਾਂ ਵੀ ਚਾਂਸਿਸ ਹੁੰਦੇ ਸੀ ਕਿ ਸਾਨੂੰ ਇਹ ਬਿਮਾਰੀ ਨਾ ਪਕੜੇ। ਉਦਾਹਰਣ ਦੇ ਤੌਰ 'ਤੇ ਪਹਿਲਾਂ ਇੱਕ ਫੈਮਿਲੀ ਦੇ ਵਿੱਚ ਜੇ 4-5 ਲੋਕ ਰਹਿੰਦੇ ਸੀ, ਕਈ ਵਾਰੀ ਅਸੀਂ ਇਹ ਨੋਟਿਸ ਕੀਤਾ ਸੀ ਕਿ 1 ਜਾਂ 2 ਵਿਅਕਤੀ ਪੋਜ਼ੀਟਿਵ ਆਏ ਹਨ, ਬਾਕੀ ਸਾਰੇ ਪਰਿਵਾਰ ਦੇ ਮੈਂਬਰ ਨੈਗੇਟਿਵ ਆਏ ਹਨ। ਬਟ ਹੁਣ ਇਸ ਵੇਵ ਦੇ ਵਿੱਚ ਇਹ ਬਿਮਾਰੀ ਇੰਨੀ ਜ਼ਿਆਦਾ ਇਨਫੈਕਟਿਵ ਹੈ ਕਿ ਜ਼ਿਆਦਾਤਰ ਜੇ ਇੱਕ ਪਰਿਵਾਰ ਦੇ ਵਿੱਚ ਕੋਈ ਇੱਕ ਵਿਅਕਤੀ ਪੋਜ਼ੀਟਿਵ ਆਉਂਦਾ ਹੈ, ਉਸ ਪਰਿਵਾਰ ਦੇ ਵੱਧ ਤੋਂ ਵੱਧ ਸਾਰੇ ਮੈਂਬਰਸ ਉਸ ਬਿਮਾਰੀ ਦੀ ਚਪੇਟ ਵਿੱਚ ਆ ਜਾਂਦੇ ਹਨ। ਇਸ ਤੋਂ ਇਲਾਵਾ ਇਸ ਵੇਵ ਦੇ ਵਿੱਚ ਇਹ ਵੀ ਨੋਟਿਸ ਕੀਤਾ ਗਿਆ ਹੈ ਕਿ ਇਹ ਬਿਮਾਰੀ ਨੌਜਵਾਨਾਂ ਨੂੰ ਵੀ ਬਹੁਤ ਜ਼ਿਆਦਾ ਇਨਫੈਕਟ ਕਰ ਰਹੀ ਹੈ ਅਤੇ ਇਸ ਦੀ ਕਈ ਕੇਸਿਸ ਵਿੱਚ ਇਹ ਕਈ ਦਵਾਈਆਂ ਤੋਂ ਵੀ ਠੀਕ ਨਹੀਂ ਹੋ ਰਹੀ ਅਤੇ ਇਸ ਦੀ ਫੈਟੈਲਿਟੀ ਵੀ ਨੌਜਵਾਨਾਂ ਦੀ ਵੀ, ਯੰਗ ਲੋਕਾਂ ਦੀ ਵੀ ਮੌਤ ਹੋ ਰਹੀ ਹੈ ਜਿਨ੍ਹਾਂ ਨੂੰ ਹੋਰ ਕੋਈ ਬਿਮਾਰੀਆਂ ਨਹੀਂ ਹੈ। ਸੋ ਇਸ ਲਈ ਇਸ ਵੇਵ ਦੇ ਵਿੱਚ ਇਸ ਬਿਮਾਰੀ ਤੋਂ ਬਚ ਕੇ ਰਹਿਣਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ। ਸੋ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗੀ ਕਿ ਇਸ ਬਿਮਾਰੀ ਤੋਂ ਬਚਣ ਲਈ ਜ਼ਿਲ੍ਹਾ ਪ੍ਰਸ਼ਾਸਨ ਨਵਾਂਸ਼ਹਿਰ, ਹੈਲਥ ਮਹਿਕਮਾ ਨਵਾਂਸ਼ਹਿਰ, ਅਸੀਂ ਸਾਰਿਆਂ ਨੇ ਕੀ ਤਿਆਰੀਆਂ ਕੀਤੀਆਂ ਹਨ। ਸਾਡੇ ਇਸ ਸਮੇਂ ਸਰਕਾਰੀ ਆਈਸੋਲੇਸ਼ਨ ਫੈਸਿਲਿਟੀਜ਼ ਦੇ ਤੌਰ 'ਤੇ ਜ਼ਿਲ੍ਹਾ ਹਸਪੀਟਲ ਨਵਾਂਸ਼ਹਿਰ ਵਿੱਚ ਆਈਸੋਲੇਸ਼ਨ ਸੈਂਟਰ ਚੱਲ ਰਿਹਾ ਹੈ ਅਤੇ ਉਸ ਤੋਂ ਇਲਾਵਾ ਗੁਰੂ ਨਾਨਕ ਢਾਹਾਂ ਮਿਸ਼ਨ ਹਸਪੀਟਲ ਢਾਹਾਂ ਕਲੇਰਾਂ ਵਿੱਚ ਆਈਸੋਲੇਸ਼ਨ ਹਸਪੀਟਲ ਚੱਲ ਰਿਹਾ ਹੈ। ਇਹ ਦੋਨੋਂ ਜਗ੍ਹਾ 50-50 ਬੈੱਡ ਦੇ ਹਸਪੀਟਲ ਚੱਲ ਰਹੇ ਹਨ ਅਤੇ ਲੋੜ ਪੈਣ 'ਤੇ ਅਸੀਂ ਇਹਨਾਂ ਦੀ ਕੈਪੈਸਿਟੀ ਵਧਾ ਲਿਆਂਗੇ। ਇਹ ਸਾਰੇ ਦੋਨੋਂ ਜਗ੍ਹਾ ਹਰ ਤਰ੍ਹਾਂ ਦੀ ਫੈਸਿਲਿਟੀਜ਼ ਅਵੇਲੇਬਲ ਹਨ। ਸਾਡੇ ਕੋਲ ਆਕਸੀਜਨ ਵੀ ਅਵੇਲੇਬਲ ਹੈ, ਆਕਸੀਜਨ ਕਨਸਨਟ੍ਰੇਟਰਸ ਵੀ ਅਵੇਲੇਬਲ ਹਨ, ਵੈਂਟੀਲੇਟਰਸ, HFNO ਮਸ਼ੀਨਸ, ਬਾਈਪੈਪ ਮਸ਼ੀਨਸ, ਹਰ ਤਰ੍ਹਾਂ ਦੀ ਮਸ਼ੀਨਸ ਜਿਹੜੀ ਰਿਕੁਆਇਰਡ ਹੈ ਵਰਕਿੰਗ ਹਾਲਤ ਵਿੱਚ ਅਵੇਲੇਬਲ ਹਨ ਅਤੇ ਇਹਨਾਂ ਦੇ ਨਾਲ ਜੋ ਸਟਾਫ ਚਾਹੀਦਾ ਹੈ ਉਹ ਵੀ ਅਵੇਲੇਬਲ ਹੈ। ਸੋ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ। ਜੇ ਕਿਸੇ ਨੂੰ ਵੀ ਕੋਈ ਬਿਮਾਰੀ ਦੀ ਸ਼ੰਕਾ ਹੁੰਦੀ ਹੈ ਤਾਂ ਸਾਡੇ ਕੋਲ ਆਏ
अपना टेस्ट कराए तो असी उसनू बेस्ट पॉसीबल इलाज उहदा किया जाएगा। इन्हां तो अलावा ज़िले दे विच कुछ प्राइवेट हॉस्पिटल्स नू भी इस बीमारी के मरीज़ों नू रखने की इजाज़त दी गई है तो ये इजाज़त उही हॉस्पिटल्स नू दी गई है जिन्हां दे कोल सफिशेंट इंफ्रास्ट्रक्चर है, सफिशेंट स्टाफ है कि वो इस बीमारी के मरीज़ों की देख रेख कर सकन। इस विच ज़िले के 6 प्राइवेट हॉस्पिटल शामिल हैं जिन्हां दे नाम हैं राजा हॉस्पिटल, आईवी हॉस्पिटल, होप हॉस्पिटल, सूरी हॉस्पिटल, नवनूर हॉस्पिटल ते करण हॉस्पिटल। मैं लोगों को बेनती करती हाँ कि इन्हां तो अलावा होर किसी भी प्राइवेट हॉस्पिटल नूं हले इस बीमारी के मरीज़ों का इलाज करने की परमिशन नहीं दी गई है तो जे किसी नूं भी कोई शंका लगती है, डाउट हुंदा है तो उस सरकारी हॉस्पिटल में जाके या इन्हां विचों किसी प्राइवेट हॉस्पिटल में जाके ही अपना इलाज कराए। साडे ज़िले के प्राइवेट हॉस्पिटल्स का भी असी समय समय पर चैकिंग करते रहते हैं कि असी स्पैशल टीम्स बनाई हैं जिहड़े समय समय पर सारे हॉस्पिटल्स विच जाके चैकिंग करती है कि वो मरीज़ों को सही तरीके का इलाज दे रही हैं, उन्होंने सही तरीके नाल देख रेख हो रही है तो उन्होंने कोई तकलीफ ना होए। इस तो अलावा ये भी चैक करते हैं साडी टीम्स कि ये हॉस्पिटल्स मरीज़ों को हर किस्म के इन्फेक्शन तो बचाने लई ध्यान रख रहे हैं तो जिस तरह अजकल ब्लैक फंगस या म्यूकर माइकोसिस का इन्फेक्शन का खतरा फैल रहा है उसनू अवॉइड किया जा सके। इसलिए असी स्पैशल इन्फेक्शन कंट्रोल टीम्स बनाई हुई हैं कि स्पैशल ऑफिसर्स को इन्फेक्शन कंट्रोल ऑफिसर के नाम नाल डिजिग्नेट किया हुआ है जिहड़ा सारे आइसोलेशन हॉस्पिटल्स विच यह चीज़ समय समय पर चैक करते रहते हैं। मेरी इसलिए सारे लोगों को बेनती है कि असी पैनिक नहीं करना है, ये बीमारी तो बचना संभव है बट उहदे लई सानू होशियार रहना पएगा। जे किसी को भी कोई लक्षण लगते हैं तो असी जिहड़े रैकगनाइज्ड हॉस्पिटल्स हैं उत्थे ही जाके अपना इलाज कराइए। जे किसी व्यक्ति को कोई शंका कोई डाउट होंदी है, कोई कंप्लेंट्स है तो साडे ज़िले का कंट्रोल रूम 24 घंटे चलता है जिसका नंबर है 01823 227471। मैं रिपीट करती हाँ 01823 227471। इस नंबर पे किसी भी समय कॉल करके कोई भी जानकारी या अपनी कोई भी शिकायत दी जा सकती है। इस दे नाल ही मैं लोगों को भी सारिਆਂ ਨੂੰ ਇਹ भी दसना चाहांगी कि असी इस बीमारी तो बचा लई पेंडू कोविड फतेह मिशन के तौर पर एक एक्टिव सर्वेलेंस कल तो शुरू कर रहे हैं जिहदे विच साडी आशा वर्कर्स खास तौर पर पेंडू इलाकों के हर घर में जाके सर्वे करेगी कि जे किते भी कोई मरीज़ कोई भी व्यक्ति लगेगा कि जिसनों ये बीमारी हो सकती है, जिसनों इस बीमारी के लक्षण हैं तो उन्होंने लिस्ट बनाई जाएगी और असी खास तौर पर वो लोगों की पिंडों के ही उन्होंने घरों में ही सैंपलिंग करावांगे तो जो उन्होंने सही समय पर इलाज उन्होंने शुरू किया जा सके। जे कोई भी व्यक्ति पॉजिटिव पाया जाता है तो पहली कोशिश यही है कि उन्होंने घर में ही एकांतवास किया जाए ताकि घर ही उसका इलाज संभव हो सके। मेरी सारी लोगों को भी यही अपील है कि जिथे तक हो सके तुसी अपनी सैंपलिंग जरूर कराओ, सानू सैंपलिंग तो नहीं डरना है। जे कोई व्यक्ति पॉजिटिव भी आता है तो उसनू घर 'च एकांतवास किया जाएगा। घर 'च एकांतवास करन दे नाल इलाज लई फतेह किट भी दी जाएगी जिहदे विच सारी दवाइयां होणगियां, सारी हदायतां होणगियां कि किस तरह अपने आप को चैक करना है। अते उस तो अलावा जिहड़े लोकी जिन्हां दी रोज़ी रोटी रोज़ ते काम ते निर्भर करती है उन्हां नूं नाल नाल फूड किट भी दित्तियां जाणगियां तां जो वो अपने परिवारां दा भरण पोषण कर सकन। जे कोई व्यक्ति किसी को सिम्पटम्स लगते हैं वो तुरंत साडे कंट्रोल रूम से या अपने नेड़े दे हेल्थ सेंटर विच या अपनी आशा वर्कर नाल संपर्क करे तो उसनू डॉक्टरी सहायता तुरंत दी जाएगी, उसके घर से टीम भेजी जाएगी या उसको एंबूलेंस विच हॉस्पिटल लिया के समय पर ट्रीटमेंट दी जाएगी। साडी वैक्सीनेशन टीम्स भी पिंडों में जा के वैक्सीनेशन कर रही हैं तो इस समय 45 उम्र तो वध
हर व्यक्ति की वैक्सीनेशन हो रही है। तो 18 तो 44 साल की उम्र के लोगों के विच ਜਿਹੜੇ भी कोई साडे हैल्थ वर्करस हैं उन्हों के परिवारों की या कोई भी व्यक्ति जिन्होंने कोई होर बीमारी है उन्हों की वैक्सीनेशन पहल के आधार पर की जा रही है। ये वैक्सीनेशन साडे जिले के 10 साइटां ते चल रही है। तो मेरी सारे लोगों को बेनती है कि असी वध तो वध आके इस साइट्स से जाके अपने आप को टीका लगवाइए तां जो असी इस बीमारी तो बच सकीए। बीमारी को देखते हुए लॉकडाउन की जो लेटेस्ट इंस्ट्रक्शंस हैं वो जारी की गई हैं, जिस विच वीकेंड लॉकडाउन हमेशा रहेगा। ये फ्राइडे शाम को 6 बजे तो मंडे सवेरे 5 बजे तक रहेगा। ਅਤੇ उस तो अलावा एसेंशियल दुकानों को छड्डते हुए नॉन एसेंशियल दुकाना केवल हफ्ते दे विच 5 दिन 2 बजे तक खुल सकदियां हैं। मेरी सारे लोगों को सारिਆਂ ਨੂੰ बेनती है कि असी अपने घर तो बाहर तां ही निकलीए जे बहुत ही ज़रूरी काम होए, नहीं तो घर तो बाहर निकलण तो बचीए। घरां विच ही रह के अपना वध तो वध काम करिए। तो जे असी घर तो बाहर निकलना भी है तो मास्क पा के सारी सावधानियां नूं बरतते हुए बाहर निकलीए। जे किसी को भी लगता है कि कोई बीमारी के लक्षण हैं तो असी अपना टेस्ट जरूर कराइए, सैंपल जरूर कराइए। तो जब भी मौका मिले जे असी एलिजिबल ग्रुप में हाँ तो अपने आप को कोविड का टीका लगा के इस बीमारी तो बचा के रखिए। थैंक यू।